ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ ਪਹਿਲੇ ਦੀ ਅਸ਼ਟਪਦੀਆਂ ਦੀ ਬਾਣੀ, ਜਿਸ ਵਿੱਚ ਆਪਾਂ ਵਿਚਾਰਿਆ ਸੀ ਕਿ ਸੰਸਾਰ ਦੇ ਵਿੱਚ ਜੋ ਵੀ ਉਪਜਦਾ ਹੈ ਉਹ ਕਾਲ ਉਸ ਨੂੰ ਸੰਘਾਰ ਲੈਂਦਾ ਹੈ, ਕਾਲ ਉਸ ਨੂੰ ਆਪਣੇ ਘੇਰੇ ਵਿੱਚ ਲੈ ਲੈਂਦਾ ਹੈ, ਆਪਣੇ ਬੰਧਨਾਂ 'ਚ ਫਸਾ ਲੈਂਦਾ ਹੈ। ਤੇ ਜਿਹੜੇ ਗੁਰ ਦੇ ਸ਼ਬਦ ਨੂੰ ਕਮਾਉਂਦੇ ਨੇ, ਗੁਰ ਸ਼ਬਦ ਦੀ ਵਿਚਾਰ ਕਰਦੇ ਨੇ, ਉਹਨਾਂ ਦੀ ਰਾਖੀ ਕਰਦਾ ਹੈ ਕਾਲ ਤੋਂ, ਉਹਨਾਂ ਨੂੰ ਕਾਲ ਤੋਂ ਬਚਾ ਲੈਂਦਾ ਹੈ। ਜੋ ਉਪਜੈ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ। ਇਹ ਰਹੋ ਪੰਕਤੀਆਂ ਦਾ ਸ਼ਬਦ ਆਪਾਂ ਵਿਚਾਰਿਆ ਸੀ ਉਸ ਦਿਨ, ਜਿਸ ਵਿੱਚ ਸਮਝਾਉਂਦੇ ਸਨ, ਹਿਰਦੈ ਸਾਚ ਵਸੈ ਹਰਿ ਨਾਏ, ਕਾਲ ਨਾ ਜੋਹਿ ਸਕੈ ਗੁਣ ਗਾਏ। ਵੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚ ਵਸ ਜਾਂਦਾ ਹੈ, ਉਹਨਾਂ ਨੂੰ ਫਿਰ ਕਾਲ ਜੋ ਨਹੀਂ ਸਕਦਾ, ਕਿਉਂਕਿ ਉਹ ਪ੍ਰਭੂ ਦੇ ਗੁਣ ਗਾਉਂਦੇ ਨੇ, ਤ੍ਰੈ ਗੁਣਾਂ ਦੀਆਂ ਵਿਚਾਰਾਂ ਦੇ ਵਿੱਚ ਨਹੀਂ ਫਸਦੇ, ਪਰਮੇਸ਼ਰ ਦੀ ਸਿਫਤਸਲਾ ਕਰਦੇ ਨੇ, ਨਾਮ ਦੀ ਸਿਫਤਸਲਾ ਕਰਦੇ ਨੇ, ਕਿਉਂਕਿ ਉਹਨਾਂ ਦਾ ਮਨ ਦੇ ਵਿੱਚ ਆਪ ਮਾਲਕ ਵਸਿਆ ਹੋਇਆ ਹੈ। ਨਾਨਕ ਗੁਰਮੁਖ ਸ਼ਬਦ ਸਮਾਏ, ਸ਼ਬਦ ਵਿੱਚ ਸਮਾਏ ਨੇ ਉਹ ਗੁਰਮੁਖ, ਉਹ ਫਿਰ ਸਾਨੂੰ ਉਸ ਪ੍ਰਭੂ ਦਾ ਗਿਆਨ ਦਿੰਦੇ ਨੇ, ਕਿਉਂਕਿ ਸਮਾ ਕੇ ਹੀ ਇਹ ਗਿਆਨ ਦਿੱਤਾ ਜਾਂਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਸਮਾ ਕੇ ਹੀ ਉਸ ਪ੍ਰਭੂ ਦਾ ਸਿਫਤ ਸਲਾਹ ਦਾ ਖਜ਼ਾਨਾ ਦਾ ਗਿਆਨ ਦਿੱਤਾ ਜਾਂਦਾ ਹੈ। ਇੱਥੇ ਤੱਕ ਆਪਾਂ ਕੱਲ ਪਰਸੋਂ ਵਿਚਾਰ ਕੀਤੀ ਸੀ, ਕਿਉਂਕਿ ਕੱਲ ਆਪਾਂ ਬਾਹਰ ਸੀ, ਜੋ ਕਿ ਆਪਾਂ ਵਿਚਾਰ ਕੀਤੀ ਸੀ ਇਹ ਤਰਤੀਬ ਵਾਰ ਨਹੀਂ ਸੀ ਕੀਤੀ, ਜੋ ਆਪਾਂ ਨਿਤਾ ਪ੍ਰਤ ਹਰ ਰੋਜ਼ ਕੰਟੀਨਿਊ ਆਪਾਂ ਵਿਚਾਰ ਕਰਦੇ ਹਾਂ। ਆਓ ਅਗਲੇ ਸ਼ਬਦ ਦੀ ਆਪਾਂ ਵਿਚਾਰ ਕਰਦੇ ਹਾਂ। ਗੌੜੀ ਰਾਗ ਮਹੱਲਾ ਪਹਿਲਾ, ਜੋ ਅਸ਼ਟਪਦੀਆਂ ਦੇ ਵਿੱਚ ਬਾਣੀ ਹੈ। ਰਹੋ ਪੰਕਤੀਆਂ ਨੇ, ਸੱਚ ਘਰ ਬੈਸੈ ਕਾਲ ਨਾ ਜੋ ਹੈ। ਜਦੋਂ ਮਨ ਸੱਚੇ ਘਰ ਦੇ ਵਿੱਚ ਵਾਸਾ ਕਰ ਲੈਂਦਾ ਹੈ, ਜਿੱਥੇ ਮਾਲਕ ਵਸਦਾ ਹੈ, ਸਾਡਾ ਮਾਤਾ ਪਿਤਾ ਵਸਦਾ ਹੈ, ਜਿੱਥੇ ਮਨ ਦਾ ਖਜ਼ਾਨਾ ਹੈ, ਮਨ ਦਾ ਭੋਜਨ ਹੈ, ਮਨ ਦਾ ਇਸ਼ਨਾਨ ਹੈ, ਮਨ ਦਾ ਵਣਜ ਹੈ, ਉਹ ਸੱਚਾ ਘਰ ਜਿੱਥੇ ਬੈਠ ਕੇ ਆਪਾਂ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ, ਉਸ ਦੇ ਸੋਹਲੇ ਗਾਉਂਦੇ ਹਾਂ, ਜਿਸ ਨੂੰ ਆਪਾਂ ਪੜ੍ਹਦੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ, ਇਹ ਸਾਚਾ ਸੋਹਲਾ ਸਾਚੇ ਘਰ ਗਾਵੋ ਤਾਂ ਸੋਹਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵੈ, ਸੱਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੈ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੈ, ਕਹਿ ਨਾਨਕ ਸੱਚ ਸੋਹਲਾ ਸੱਚੇ ਘਰ ਗਾਵੈ। ਉਹ ਸੱਚਾ ਘਰ ਹੈ, ਜਿਨ੍ਹਾਂ ਨੂੰ ਬੁਝਾਉਂਦਾ ਉਹ ਸੱਚੇ ਘਰ 'ਚ ਵਸਦੇ ਨੇ, ਉੱਥੇ ਫਿਰ ਉਹਨਾਂ ਨੂੰ ਕਾਲ ਨਹੀਂ ਜੋ ਸਕਦਾ। ਉਹ ਕਾਲ ਦੇ ਦਾਇਰੇ ਤੋਂ, ਕਿਉਂਕਿ ਕਾਲ ਦਾ ਦਾਇਰਾ ਜਿਹੜਾ ਤ੍ਰੈ ਗੁਣਾਂ ਤੱਕ ਹੈ, 9 ਦਰਾਂ ਤੱਕ ਹੈ, ਜੋ ਝੂਠੇ ਘਰ ਨੇ। ਜਿਹੜਾ ਸੱਚਾ ਘਰ ਹੈ, ਉੱਥੇ ਕਾਲ
ਦੀ ਪਹੁੰਚ ਨਹੀਂ ਹੈ। ਇਸ ਕਰਕੇ ਕਾਲ ਉੱਥੇ ਸਾਨੂੰ ਜੋ ਨਹੀਂ ਸਕਦਾ। ਮਨਮੁਖ ਕੋ ਆਵਤ ਜਾਵਤ ਦੁੱਖ ਮੋਹ ਹੈ। ਪਰ ਜਿਹੜੇ ਮਨਮੁਖ ਨੇ, ਜਿਨ੍ਹਾਂ ਨੂੰ ਸੱਚੇ ਘਰ ਦਾ ਗਿਆਨ ਹੀ ਨਹੀਂ ਹੈ, ਜਿਹੜੇ ਇਹ ਬਗਾਨੇ ਘਰ ਵਿੱਚ ਹੀ ਰਹਿੰਦੇ ਨੇ, ਉਹਨਾਂ ਨੂੰ ਫਿਰ ਆਵਣ ਜਾਵਣ ਦਾ ਦੁੱਖ ਲੱਗਿਆ ਰਹਿੰਦਾ ਹੈ। ਉਹ ਜਨਮ ਮਰਨ ਦੇ ਵਿੱਚ ਪਏ ਰਹਿੰਦੇ ਨੇ, ਕਾਲ ਦੇ ਦਾਇਰੇ ਚੋਂ ਨਿਕਲ ਨਹੀਂ ਸਕਦੇ। ਇਹ ਰਹੋ ਭਗਤੀਆਂ ਨੇ, ਇਹ ਸ਼ਬਦ ਦੀਆਂ ਜਿਹੜਾ ਆਪਾਂ ਵਿਚਾਰ ਰਹੇ ਹਾਂ। ਆਓ ਹੁਣ ਆਪਾਂ ਸ਼ਬਦ ਨੂੰ ਸ਼ੁਰੂ ਕਰਦੇ ਹਾਂ। ਬੋਲੇ ਸਾਚ ਮਿਥਿਆ ਨਹੀਂ ਰਾਈ, ਚਾਲੇ ਗੁਰਮੁਖ ਹੁਕਮ ਰਜਾਈ। ਜਿਹੜੇ ਸੱਚੇ ਘਰ ਵਿੱਚ ਵਾਸਾ ਹੋ ਜਾਂਦਾ ਹੈ, ਉੱਥੇ ਫਿਰ ਜੀਵ ਕਦੇ ਝੂਠ ਨਹੀਂ ਬੋਲਦਾ। ਉੱਥੇ ਝੂਠ ਕੀ ਹੈ? ਝੂਠ ਇਹ ਨਹੀਂ ਕਿ ਜੋ ਆਪਾਂ ਕਹਿੰਦੇ ਵੀ ਝੂਠ ਬੋਲਦੇ, ਇੱਕ ਸੱਚ ਇੱਕ ਝੂਠ। ਗੁਰਬਾਣੀ ਅਨੁਸਾਰ ਸਾਰਾ ਕੁਝ ਝੂਠ ਹੈ। ਪਰਮੇਸ਼ਰ ਤੋਂ ਬਿਨਾਂ ਜੋ ਵੀ ਹੈ ਉਹ ਝੂਠ ਹੈ, ਕਿਉਂਕਿ ਇਸ ਸੰਸਾਰ ਦੇ ਵਿੱਚ ਸਿਰਫ ਪਰਮੇਸ਼ਰ ਹੈ ਸੱਚਾ। ਉਸ ਤੋਂ ਬਿਨਾਂ ਸਾਰਾ ਕੁਝ ਝੂਠ ਹੈ। ਇੱਕ ਸੁਪਨਾ ਹੈ, ਜਿਹਨੂੰ ਨੌਵੇਂ ਪਾਤਸ਼ਾਹ ਸਮਝਾਉਂਦੇ ਨੇ, ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਿਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਜਦ ਤੱਕ ਆਪਾਂ ਪ੍ਰਭੂ ਤੋਂ ਵਿਛੜੇ ਹਾਂ ਤੇ ਸਾਰਾ ਕੁਛ ਝੂਠਾ ਹੈ, ਮਿਥਿਆ ਹੈ। ਪਰ ਜਦੋਂ ਅਸੀਂ ਮਿਲਾਪ ਹੋ ਜਾਂਦਾ ਹੈ ਮਾਲਕ ਦੇ ਨਾਲ, ਫਿਰ ਇੱਥੇ ਕੁਛ ਵੀ ਝੂਠਾ ਨਹੀਂ ਹੈ, ਫਿਰ ਸਾਰਾ ਸੱਚਾ ਹੈ। ਇਸ ਕਰਕੇ ਜਿਹੜੇ ਸੱਚ 'ਚ ਸਮਾ ਜਾਂਦੇ ਨੇ, ਸੱਚੇ ਘਰ ਵਿੱਚ ਬੈਠਦੇ ਨੇ, ਉਹ ਫਿਰ ਨੂੰ ਸੱਚ ਦਾ ਗਿਆਨ ਦਿੰਦੇ ਨੇ ਕਿ ਕਿਵੇਂ ਆਪਾਂ ਸਚਿਆਰੇ ਹੋਣਾ ਹੈ। ਉਹ ਸਾਨੂੰ ਗਲਤ ਗਿਆਨ ਨਹੀਂ ਦਿੰਦੇ, ਝੂਠਾ ਗਿਆਨ ਨਹੀਂ ਦਿੰਦੇ, ਸੱਚ ਦਾ ਗਿਆਨ ਦਿੰਦੇ ਨੇ, ਕਿਉਂਕਿ ਉਹ ਰਜਾ ਦੇ ਵਿੱਚ ਚੱਲਦੇ ਨੇ। ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਦੇ ਨੇ, ਬਾਣੇ ਦੇ ਵਿੱਚ ਚੱਲਦੇ ਨੇ। ਚਾਲੇ ਗੁਰਮੁਖ ਹੁਕਮ ਰਜਾਈ, ਰਹਿ ਅਤੀਤ ਸੱਚੇ ਸਰਨਾਈ। ਉਹ ਤ੍ਰੈ ਗੁਣਾ ਤੋਂ ਅਤੀਤ ਰਹਿੰਦੇ ਨੇ। ਤ੍ਰੈ ਗੁਣ ਝੂਠੇ ਨੇ, ਨਾਸਵਾਨ ਨੇ, ਚੱਲਣਹਾਰ ਨੇ। ਉਹ ਤ੍ਰੈ ਗੁਣਾ ਤੋਂ ਅਤੀਤ ਰਹਿੰਦੇ ਨੇ, ਸੱਚੇ ਦੀ ਸ਼ਰਨ ਵਿੱਚ ਰਹਿੰਦੇ ਨੇ। ਇਸ ਕਰਕੇ ਉਹ ਸੱਚ ਦਾ ਗਿਆਨ ਦਿੰਦੇ ਨੇ। ਸਾਨੂੰ ਕੋਈ ਵੀ ਝੂਠ ਨਹੀਂ ਦੱਸਦੇ, ਝੂਠਾ ਉਪਦੇਸ਼ ਨਹੀਂ ਦੱਸਦੇ। ਤੇ ਉਹ ਕਿਸ ਕਰਦੇ ਨੇ? ਆਪੇ ਉਹ ਪੀਓ ਅਕਥ ਕਥ ਰਹੀ ਹੈ। ਉਹ ਆਪ ਉਸ ਮਾਲਕ ਦੇ ਰਸ ਨੂੰ ਮਾਣਦੇ ਨੇ, ਅੰਮ੍ਰਿਤ ਨੂੰ ਪੀਂਦੇ ਨੇ ਤੇ ਅਕਥ ਨੂੰ ਕਥਦੇ ਨੇ। ਅਕਥ ਦੀ ਵਿਚਾਰ ਕਰਦੇ ਨੇ, ਅਕਥ ਦੀ ਕਥਾ ਕਰਦੇ ਨੇ। ਕਿਉਂਕਿ ਅਕਥ ਦੀ ਕਥਾ ਕਦੋਂ ਕੀਤੀ ਜਾਂਦੀ ਹੈ? ਤ੍ਰੈ ਗੁਣਾਂ ਦੇ ਵਿੱਚ ਬੈਠ ਕੇ ਅਕਥ ਦੀ ਕਥਾ ਨਹੀਂ ਹੁੰਦੀ। ਜਦ ਮਨ ਜਾ ਕੇ ਸਤਿਗੁਰ ਵਿੱਚ ਸਮਾਉਂਦਾ ਹੈ, ਉੱਥੇ ਫਿਰ ਅਕਥ ਦੀ ਵਿਚਾਰ ਹੁੰਦੀ ਹੈ। ਮਨ ਅੰਮ੍ਰਿਤ ਪੀਂਦਾ ਹੈ, ਮਨ ਸੰਤੋਖਿਆ ਜਾਂਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਅਕਥ ਕਥਾ ਵਿਚਾਰੀ ਹੈ ਜਾਂ ਸਤਿਗੁਰ ਮਾਹੇ ਸਮਾਹੇ, ਪੀ ਅੰਮ੍ਰਿਤ ਸਰਗੈ ਪੈਦਾ ਜਾਹੇ। ਦਰਗਾਹ ਦੇ ਵਿੱਚ, ਸੱਚੇ ਘਰ ਦੇ ਵਿੱਚ, ਜਿੱਥੇ ਅੰਮ੍ਰਿਤ ਹੈ, ਮਨ ਉੱਥੇ ਅੰਮ੍ਰਿਤ ਪੀਂਦਾ ਹੈ, ਸੰਤੋਖਿਆ ਜਾਂਦਾ ਹੈ। ਉਸ ਘਰ ਵਿੱਚ ਬੈਠ ਕੇ ਅਕਥ ਦੀ ਕਥਾ ਕੀਤੀ ਜਾਂਦੀ ਹੈ। ਨਿਜ ਘਰ ਬੈਸ ਸਹਿਜ ਘਰ ਲਈਐ। ਨਿਜ ਘਰ, ਸਹਿਜ ਘਰ। ਸਹਿਜ ਹੈ ਜੋ ਪਰਮੇਸ਼ਰ ਹੈ। ਸਹਿਜ ਘਰ ਦੇ ਵਿੱਚ ਇੱਕ ਸਾਨੂੰ ਨਿਜ ਘਰ ਦਿੱਤਾ ਹੈ। ਜਿਵੇਂ ਸਾਨੂੰ ਦੱਸਿਆ ਹੈ ਕਿ ਇੱਕ ਬਹੁਤ ਬੜਾ ਕੋਠੜਾ ਹੈ, ਜਿਵੇਂ ਆਪਣਾ ਘਰ ਹੁੰਦਾ ਹੈ, ਇੱਕ ਆਪਣਾ ਮਕਾਨ ਹੈ। ਉਸ ਮਕਾਨ ਦੇ ਵਿੱਚ, ਹਾਲਾਂਕਿ ਉਹ ਸਾਡਾ ਸਾਰਿਆਂ ਦਾ ਸਾਂਝਾ ਹੁੰਦਾ, ਜੋ ਪਰਿਵਾਰ ਦੇ ਮੈਂਬਰ ਹੁੰਦੇ ਨੇ
उत्थे आपां अपना साझा घर समझते हैं, फिर भी सानू अपने घर दे विच एक कमरा दिता जाता है कि एक कमरा तेरा है, इस कमरे दे विच तुसीं पैना है, बैठना है, उठना है। इदां ही परमेश्वर ने ये जिहड़ा सहज घर है जो बहुत बेअंत है, उस सहज घर दे विच सानू एक निज घर दिता है। निज तक हुंदा भी साडा अपना मन नूं एक निज कर दिता है, जिथे मन ने बसना है, जिहड़ा गुर दे ज्ञान द्वारा आप बसते हाँ। जिवें बाबा कबीर जी समझाउंदे ने, कोठ रे मैं कोठरी, भी बड़ा सारा कोठरा, उसदे विच एक छोटी जी कोठरी है। परम कोठी विचार, गुरदीनी वस्त कमीर को लेबू वस्त समार। इदां ही असीं पहला अपने निज घर विच जांदे हाँ। निज घर विच बैठ के फिर सानू सहज घर प्राप्त हुंदा है, जिहदा अपार है, बेअंत है। क्योंकि निज घर तो जदों सहज घर प्राप्त हुंदा है, निज घर विच आपां सन्मुख हो जांदे हाँ। सहज घर जिहड़ा है वो कर्मखंड दी अवस्था है, निज घर जिहड़ा है वो सर्मखंड दी अवस्था है। निज घर बैठ के फिर सहज घर प्राप्त होंदा है, फिर उत्थे कथ दी कथा हुंदी है। हर रस माते यह सुख कहिए। मतलब समझाउंदे ने भी उन्हां दा ये सुख की है कि वह हरि दे रस विच तृप्त हो जांदे ने, क्योंकि अमृत ही अमृत है, सारे पासे अमृत ही अमृत बरसता है। ते वो अमृत जदों सिफ सलाह करते ने, जिहड़ा वो शब्द है वो वंज भी है, वो अमृत दा ही है। इस करके उत्थे दा जिहड़ा सुख है, जिहड़ा आपां गोबिंद दी सेवा भी कह देंदे हाँ, जो सुख होर किते भी सानू प्राप्त नहीं हुंदा, जो गोबिंद दी सेवा दे विच सुख मिलदा है। गुरमत चाल निहचल नहीं डोलै। जिहड़ी गुर दी मत ये चाल है, ये गुरमत कौन देंदा है, ये चाल कौन चलाउंदा है, जिहड़ा उस दे विच समाउंदा है, जिहड़ा अडोल है, जिहड़ा निहचल है। क्योंकि वो फिर उत्थे ही गुर दा मत दिती जांदी है। वो चाल ते चलदे हाँ, पर वो जीव पहला आप उस प्रभु दे नाल डोल जाके समाउंदा है, जो आप अडोल है, जिहड़ा कदे डोलदा नहीं है। असीं अडोल नाल जुड़ांगे ते अडोल हो जावांगे, जे असीं डोलण वाली चीज़ नाल जुड़ांगे ते फिर असीं डोलांगे। हुण डोलदा की है, साडा जिहड़ा शरीर है ये माया दा है, ये डोलदा है, ते परमेश्वर अडोल है। सानू उदाहरणां दित्तियां ने, साडे शरीर नूं एक दरखत क्या है, जदों हवा चलदी है दरखत झूलदा है, जदों दरखत दे उत्ते पंछी बैठा होएगा, जब दरखत झूलदा है पंछी भी नाल झूलदा है। लेकिन एक पहाड़ है, हवा चले नेरी आवे, पहाड़ अडोल हुंदा है, उस ते बैठा पंछी भी अडोल हो जाता है। इदां ही महाराज समझाउंदे ने, जिवें बाबा कबीर जी समझाउंदे ने कि परमेश्वर साडे वास्ते की है, पहाड़। असीं पहाड़ दी ओट लैंदे हाँ। तू मेरो मेर पर्वत है स्वामी, ओट गही मैं तेरी, ना तुम डोलो ना हम गिरते, रख लीनी हर मेरी। जदों असीं अडोल दी ओट लैंदे हाँ, ते वो फिर साडी रखदा है, सानू गिरन नहीं देंदा। ते जे असीं इस माया दी ओट लैंदे हाँ, ते माया डोलदी है ते मन भी डोलदा है। महाराज समझाउंदे ने, माया डोले बहु विधि, मन लपटे ते संग, मांगण ते जे तुम रखो नानक नामे रंग।
ਇਹ ਡੋਲਦਾ ਹੈ, ਮਾਇਆ ਡੋਲਦੀ ਤੇ ਮਨ ਵੀ ਡੋਲਦਾ ਹੈ। ਪਰ ਜਿਹੜੇ ਗੁਰਮੁਖ ਨੇ ਉਹ ਸਮਾਉਂਦੇ ਨੇ ਮਾਲਕ ਦੇ ਵਿੱਚ, ਇਸ ਕਰਕੇ ਪਰਮੇਸ਼ਰ ਅਡੋਲ ਹੈ ਤੇ ਅਸੀਂ ਉਸ ਦੇ ਵਿੱਚ ਸਮਾ ਕੇ ਅਡੋਲ ਹੁੰਦੇ ਹਾਂ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂ ਡੋਲੇ। ਸਰਵ ਕਲਾ ਕਰ ਖੇਲੇ, ਖੇਲ ਮੋਲ ਨਾ ਪਾਈਐ ਗੁਣੇ ਅਮੋਲ। ਤੇ ਇਹ ਫਿਰ ਅਡੋਲ ਵਸਤੂ ਹੈ। ਹੁਣ ਇੱਥੇ ਸਾਨੂੰ ਇਹ ਸਮਝਾਉਂਦੇ ਨੇ ਵੀ ਜਿਹੜੀ ਉਹ ਚਾਲ ਹੈ ਫਿਰ ਉਹ ਅਡੋਲ ਹੈ, ਫਿਰ ਡੋਲਦੀ ਨਹੀਂ ਹੈ। ਗੁਰਮਤਿ ਚਾਲ ਨਿਸ਼ਚਲ, ਨਿਸ਼ਚਲ ਚਾਲ ਹੈ, ਅਚਲ ਹੈ, ਡੋਲਦੀ ਨਹੀਂ ਹੈ। ਗੁਰਮਤਿ ਸਾਚ ਸਹਿਜ ਹਰ ਬੋਲੇ, ਤੇ ਉੱਥੇ ਫਿਰ ਸੱਚ ਦੇ ਵਿੱਚ ਸਹਿਜ ਘਰ ਵਿੱਚ ਜਾ ਕੇ ਫਿਰ ਇਹ ਸੱਚ ਬੋਲਦਾ ਹੈ। ਉੱਥੇ ਜਾ ਕੇ ਗੁਰ ਦੀ ਮੱਤ ਦਿੰਦਾ, ਕਿਉਂਕਿ ਗੁਰ ਜਿਹੜਾ ਹੈ ਉਹ ਸੱਚਾ ਸ਼ਬਦ ਹੈ। ਆਪਣੇ ਆਪ ਨਹੀਂ ਦਿੱਤਾ ਜਾਂਦਾ, ਆਪਾ ਗਵਾ ਕੇ ਉਸ ਸਮਾਇਆ ਜਾਂਦਾ। ਤੇ ਫਿਰ ਆਪ ਮਾਲਕ ਸਾਡੀ ਰਸਨਾ ਤੋਂ ਬੋਲ ਕੇ ਇੱਕ ਜੋ ਗੁਰ ਹੈ ਉਹ ਦਿੰਦਾ ਹੈ। ਇਹ ਉਸ ਦਾ ਬਚਨ ਹੈ, ਨਾ ਕਿ ਕਿਸੇ ਜੀਵ ਦਾ। ਜੇ ਆਪਾਂ ਕਹੀਏ ਵੀ ਸਾਡਾ ਬਚਨ ਹੈ, ਨਹੀਂ, ਅਸੀਂ ਸਮਾਉਂਦੇ ਹਾਂ ਉਸ ਵਿੱਚ ਜਾ ਕੇ, ਤੇ ਉਹ ਸਾਡੀ ਰਸਨਾ ਤੋਂ ਬੋਲ ਕੇ ਇਹ ਬਚਨ ਦਿੰਦਾ ਹੈ। ਇਸ ਕਰਕੇ ਉਸ ਦਾ ਉੱਥੇ ਹਰੀ ਆਪ ਬੋਲਦਾ ਹੈ ਸਹਿਜ ਵਿੱਚ। ਨਿਸ਼ਚਲ ਸਾਚ ਸਹਿਜ ਹਰ ਬੋਲੇ, ਪੀਵੈ ਅੰਮ੍ਰਿਤ ਤਤ ਵਿਰੋਲੇ। ਤੇ ਮਨ ਅੰਮ੍ਰਿਤ ਪੀਂਦਾ ਹੈ, ਪ੍ਰਭੂ ਤਤ ਦਾ ਗਿਆਨ ਦਿੰਦਾ ਹੈ। ਆਪ ਮਾਲਕ ਰਸਨਾ ਤੇ ਬੋਲਦਾ ਹੈ। ਆਪਣੇ ਜਨਾਂ ਦੀ, ਸਾਧੂ ਜਨਾਂ ਦੀ ਰਸਨਾ ਤੋਂ ਕੌਣ ਬੋਲਦਾ ਹੈ? ਆਪ, ਕਿਉਂਕਿ ਉਹਨਾਂ ਦੀ ਰਸਨਾ ਤੇ ਆ ਬੈਠਾ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਸਤਿਗੁਰ ਦੇਖਿਆ ਦੀਖਿਆ ਲੀਨੀ। ਕੀ ਦੀਖਿਆ ਲੀਨੀ ਹੈ? ਕਿਹੜੀ ਸਿੱਖ ਲੀਨੀ ਹੈ? ਆਪਾਂ ਉਹਨਾਂ ਤੋਂ ਸਤਿਗੁਰ ਦਾ ਗਿਆਨ ਲੈਣਾ ਹੈ ਕਿ ਕੀ ਹੈ ਗੁਰ, ਹੈ ਕੀ ਸੱਚਾ ਗੁਰ ਹੈ ਕੀ। ਜਦੋਂ ਅਸੀਂ ਸੱਚੇ ਗੁਰ ਦਾ ਗਿਆਨ ਲੈਂਦੇ, ਉਹੀ ਸਾਡੀ ਸਿੱਖਿਆ, ਉਹੀ ਦੀਖਿਆ ਲੈਂਦੇ ਹਾਂ ਆਪਾਂ। ਮਨ ਤਨ ਅਰਪਿਓ ਅੰਤਰਗਤ ਕੀਨੀ। ਤੇ ਜਦੋਂ ਅਸੀਂ ਸੱਚੇ ਗੁਰ ਨੂੰ ਆਪਣਾ ਮਨ ਤਨ ਅਰਪ ਦਿੰਦੇ ਹਾਂ, ਸੱਚਾ ਗੁਰ ਕੋਈ ਸਰੀਰ ਨਹੀਂ ਹੈ, ਕਿਉਂਕਿ ਸਰੀਰਾਂ ਨੂੰ ਆਪਾਂ ਕੁਛ ਨਹੀਂ ਅਰਪਣਾ, ਕਿਸੇ ਨੂੰ, ਕਿਸੇ ਬੰਦੇ ਨੂੰ ਕੁਛ ਨਹੀਂ ਅਰਪਣਾ। ਆਪਾਂ ਜੋ ਸੱਚਾ ਗੁਰ ਹੈ, ਜੋ ਆਪਣੇ ਜਨਾਂ ਦੁਆਰਾ ਆ ਮਾਲਕ ਦਿੰਦਾ ਹੈ ਸਾਨੂੰ, ਅਸੀਂ ਗੁਰ ਨੂੰ ਅਰਪਣ ਕਰਨਾ ਹੈ। ਤਨ ਮਨ ਤਨ ਅਰਪਿਓ ਅੰਤਰਗਤ ਕੀਨੀ। ਤੇ ਫਿਰ ਉਹ ਸਾਨੂੰ ਅੰਤਰਗਤ ਗਿਆਨ ਦਿੰਦਾ ਹੈ। ਗੁਰ ਸਾਨੂੰ ਕਿੱਥੇ ਲੈ ਜਾਂਦਾ? ਅੰਤਰਗਤ। ਗਤ ਮਤ ਪਾਈ, ਗਤ ਮਿਤ ਪਾਈ ਆਤਮ ਚੀਨੀ। ਏਦਾਂ ਫਿਰ ਸਾਨੂੰ ਗਤ ਪ੍ਰਾਪਤ ਹੁੰਦੀ। ਉੱਥੇ ਤੇ ਸਾਨੂੰ ਸੋਝੀ ਆਉਂਦੀ ਹੈ। ਉੱਥੇ ਜਾ ਕੇ ਮਨ ਫਿਰ ਆਪਾ ਗਵਾ ਕੇ ਆਤਮ ਨੂੰ ਪ੍ਰਾਪਤ ਕਰਦਾ ਹੈ, ਆਤਮ ਨੂੰ ਚੀਨਦਾ ਹੈ। ਕਿਉਂਕਿ ਮਨ ਪ੍ਰਕਾਸ਼ ਹੁੰਦਾ ਹੈ ਗੁਰ ਦੀ ਗਿਆਨ ਲੈ ਕੇ, ਤੇ ਪ੍ਰਕਾਸ਼ ਫਿਰ ਜਾ ਕੇ ਪ੍ਰਕਾਸ਼ ਸਮਾਉਂਦਾ ਹੈ, ਆਤਮ ਨੂੰ ਚੀਨਦਾ ਹੈ। ਫਿਰ ਆਤਮ ਹੀ ਪਰਮਾਤਮਾ ਹੈ, ਪਰਮਾਤਮਾ ਚ ਸਮਾ ਜਾਂਦਾ ਹੈ, ਲੈ ਜਾਂਦਾ ਸਨ। ਫਿਰ ਆਤਮਾ ਪਰਮਾਤਮਾ ਇੱਕ ਹੋ ਜਾਂਦਾ ਹੈ। ਭੋਜਨ ਨਾਮ ਨਿਰੰਜਨ। ਸਾਡੇ ਮਨ ਦਾ ਭੋਜਨ ਕੀ ਹੈ? ਨਾਮ। ਨਾਮ ਕਿਹੜਾ? ਜਿਹੜਾ ਮਾਇਆ ਤੋਂ ਰਹਿਤ ਹੈ, ਜੋ ਪ੍ਰਕਾਸ਼ ਰੂਪ ਹੈ, ਜੋ ਨਿਰੰਜਨ ਹੈ। ਉਸ ਦੀ ਸਾਨੂੰ ਸੋਝੀ ਹੋ ਜਾਂਦੀ ਹੈ, ਉਹ ਸਾਡਾ ਭੋਜਨ ਬਣ ਜਾਂਦਾ ਹੈ। ਮਨ ਦਾ ਭੋਜਨ। ਮਨ ਕੀ ਹੈ? ਨੇਤਰਾਂ ਚ ਜੋਤ ਹੈ। ਪ੍ਰਕਾਸ਼ ਦਾ ਭੋਜਨ ਕੀ ਹੈ? ਪ੍ਰਕਾਸ਼। ਮਨ ਵੀ ਪ੍ਰਕਾਸ਼ ਤੇ ਉਸਦਾ ਭੋਜਨ ਵੀ ਪ੍ਰਕਾਸ਼। ਜੇ ਆਪਾਂ, ਜਿਵੇਂ ਆਪਾਂ ਆਪਣੇ ਕਮਰੇ ਦੇ ਵਿੱਚ ਚਾਨਣਾ ਰੱਖਣਾ ਹੈ, ਤੇ ਸਾਨੂੰ ਲਗਾਤਾਰ ਲਾਈਟ ਜਗਾ ਕੇ ਰੱਖਣੀ ਪਏਗੀ। ਜੇ ਅਸੀਂ ਲਾਈਟ ਬੁਝਾ ਦਿੱਤੀ ਤੇ ਭੋਜਨ ਖਤਮ ਹੋ ਗਿਆ ਤੇ ਅੰਧੇਰਾ ਹੋ ਜਾਏਗਾ। ਇਹਦਾ ਮਨ ਦਾ ਜਿਹੜਾ ਪ੍ਰਕਾਸ਼ ਦਾ ਭੋਜਨ ਹੈ, ਪ੍ਰਕਾਸ਼ ਹੈ।
परमहंस सच जोत अपार। उत्थे फिर सच्ची जोत जिहड़ी अपार मालिक समा जाती है, जिथे जाके साडा जिहड़ा मन है परमहंस बनता है। उस अवस्था च आपां चले जाते हाँ जिस अवस्था च असीं सतयुग दे विच सी। क्योंकि सतयुग दे विच साडी जिहड़ी अवस्था सी परमहंस दी अवस्था सी। फिर त्रेता युग आया, द्वापर आया, उस दे विच असीं साडी अवस्था खिसक के थले आई, असीं मनुख दी अवस्था ते आए। लेकिन हुण कलयुग है, कलयुग दे विच असीं मनुख भी नहीं हाँ, असीं प्रेत हाँ। ਉਹੀ जोत मन जिहड़ा साडा सतयुग च परमहंस सी, त्रेते द्वापर दे विच मनुख सी, ते कलयुग दे विच प्रेत है। किदा? जिन्हें परमेश्वर नूं नहीं जाणिया, जिन्हें राम नूं नहीं पहचानिया। क्योंकि हौमे नहीं मारी, हौमे करके आपां अज जूनी दे विच बैठे, चाहे मनुखा जन्म दे विच ही हाँ। क्योंकि हुण तक आपां हौमे नहीं मारी। जे हौमे मारी हुंदी ते अज आपां इस जन्म दे विच ना हुंदे। क्योंकि हौमे कर ना मारन करके आपां फिर जूनी पाउंदे। हौमे यही बंधना फिर जूनी पाए। हुण समझाउंदे आपां नूं, महाराज दसदे ने, कहंदे कल मैं प्रेत जिन राम ना पछाता, सतयुग परमहंस विचारी। कहंदे कलयुग दे विच वो प्रेत है जिन्हें राम नूं नहीं पहचानिया, लेकिन यही कल सतयुग दे विच परमहंस सी। द्वापर त्रेता मानस वरता। द्वापर ते त्रेते विच मनुख सी, पर मनुख ते हौमे मार के परमहंस बनना सी। किसे बिरले बिरले ने हौमे मारी मंदी के वो परमहंस बनिया, नहीं तो असीं हुण कलयुग च कित्थे आ गए? प्रेत। हुण फिर आपां प्रेत तो मनुख, मनुख तो देवता, परमहंस बनना है। ते इत्थे फिर जिहड़ी जोत है साडी ओ परमहंस हो जाती है। परमहंस सच जोत अपार। फिर असीं सच नूं जान लेंदे, उस अपार मालिक नूं जान लेंदे हाँ। फिर साडा भोजन भी की बन जाता है? नाम। क्योंकि सानूं उसदी सार हो जाती है। जह देखो तह एक ओंकार। फिर ऐसी अवस्था जीव जिधर भी देखता है एक परमेश्वर, ये सारा संसार ही उसनूं हरि दा रूप दिसता है, दूजा है नहीं। जिन्हां देखिया उन्हां देखिया कि दूजा तो है ही कोई नहीं। जिथे भी गया देखिया मालिक ही बसता है। नानक जय जय मैं फिरूं, तह तह साचा सोए। जय देखा ता एक है, गुरमुख प्रगट होए। जो गुरमुख नूं प्रगट हो जाता है, फिर जिथे भी देखिए आप परमेश्वर ही है, सच ही है। फिर वो सारा संसार उसे दा सजा है, उसे दा सरगुण रूप है। रहे निरालम एका सच करनी। ऐसा जीव जेड़ा त्रै गुणा तो निर्लेप रहता है, निरालम रहता है। किमें रहना हुंदा है? शरीर करके संसार च रहना है, लेकिन ध्यान करके इस तो निर्लेप रहना है। जिवें दस्सिया है कि चिक्कड़ दे विच, जल दे विच कमल रह के भी चिक्कड़ तो निर्लेप रहता है, जल तो निर्लेप रहता है। ऐदां पानी दे विच रह के भी मुर्गाई पानी तो उत्ते रहिंदी है, तैरदी पानी ते है लेकिन पानी दे उत्ते। ऐदां ही असीं इत्थे संसार च रह के भी इस तो निर्लेप रहंदे हैं। जैसे जल में कमल निरालम मुर्गाई न साणे, सुरत सद पव सागर तरिए नानक नाम बखाने। ऐदां असीं निर्लेप रहंदे हैं। ब्रह्म ज्ञानी सदा निर्लेप, जैसे जल में कमल अलेप। इन्हूं कहते निरालम रहना। रहे निरालम
ਏਕਾ ਸੱਚ ਕਰਨੀ। ਫਿਰ ਉਹ ਇਹ ਸੱਚੀ ਕਰਨੀ ਕਰਦਾ ਹੈ, ਇੱਕ ਪਰਮੇਸ਼ਰ ਦੀ ਧਿਆਉਂਦਾ ਹੈ ਤੇ ਉਸ ਨੂੰ ਧਿਆਉਣ ਦਾ ਗਿਆਨ ਦਿੰਦਾ ਹੈ। ਪਰਮ ਪਦ ਪਾਇਆ ਸੇਵਾ ਗੁਰ ਚਰਨੀ। ਆ ਪਰਮ ਪਦ ਨੂੰ ਪਾ ਲੈਂਦਾ ਹੈ ਤੇ ਫਿਰ ਉਹ ਸੇਵਾ ਕਰਦਾ ਹੈ ਗੁਰ ਦੇ ਚਰਨਾਂ ਦੀ। ਦੂਜੇ ਜੀਵਾਂ ਨੂੰ ਗੁਰ ਦਾ ਗਿਆਨ ਦਿੰਦਾ ਹੈ। ਚੌਥੇ ਪਦ ਵਿੱਚ ਜਿਵੇਂ ਆਪ ਪਾਇਆ, ਉਹ ਫਿਰ ਮਾਲਕ ਦੱਸਦਾ ਹੈ ਕਿ ਹੁਣ ਤੁਸੀਂ ਹੁਕਮ ਕਰਦਾ ਵੀ ਦੂਜਿਆਂ ਨੂੰ ਵੀ ਇਹ ਗਿਆਨ ਦਿਓ, ਦੂਜਿਆਂ ਨੂੰ ਵੀ ਜੋੜੋ। ਫਿਰ ਉਹ ਦੂਜੇ ਜੀਵਾਂ ਨੂੰ ਗਿਆਨ ਦਿੰਦਾ ਹੈ। ਮਨ ਤਨ ਮਾਨਿਆ ਚੁੱਕੀ ਅਹੰਕ ਭਰਨੀ। ਉਹ ਗਿਆਨ ਲੈ ਕੇ ਜੇ ਕੋਈ ਜੀਵ ਮੰਨ ਲੈਂਦਾ ਹੈ, ਸੁਣ ਕੇ ਮੰਨ ਲੈਂਦਾ ਹੈ, ਉਹਦਾ ਵੀ ਹੰਕਾਰ ਭਰਮ ਖਤਮ ਹੋ ਜਾਂਦਾ ਹੈ। ਇਨ ਬਿਦ ਕੌਣ ਕੌਣ ਨਹੀਂ ਤਾਰਿਆ। ਮਤਲਬ ਕਹਿੰਦੇ ਇਹ ਵਿਧੀ ਹੈ, ਇੱਕ ਜੁਗਤੀ ਹੈ, ਇੱਕ ਗੁਰ ਹੈ। ਇਸ ਗੁਰ ਦੁਆਰਾ ਜਿਹਨੇ ਸੁਣ ਕੇ ਮੰਨਿਆ, ਐਸਾ ਕੋਈ ਵੀ ਨਹੀਂ ਜਿਹੜਾ ਨਹੀਂ ਤਰ ਸਕਦਾ। ਕਿਉਂਕਿ ਪਾਪੀ ਤੇ ਪਾਪੀ ਜੀਵ ਗੁਰੂ ਸਾਹਿਬਾਂ ਨੇ ਤਾਰੇ ਨੇ ਇਸ ਜੁਗਤੀ ਨਾਲ, ਗੁਰ ਨਾਲ। ਕੌਡੇ ਰਾਖਸ਼ ਵਰਗੇ, ਸੱਜਣ ਠੱਗ ਵਰਗੇ। ਬੇਸ਼ੱਕ ਉਦੋਂ ਇੱਕ ਕੌਡਾ ਰਾਖਸ਼ ਸੀ, ਇੱਕ ਸੱਜਣ ਠੱਗ ਸੀ, ਲੇਕਿਨ ਅੱਜ ਸੱਜਣ ਬਣ ਕੇ ਠੱਗਣ ਵਾਲਿਆਂ ਦਾ ਕੋਈ ਅੰਤ ਨਹੀਂ ਹੈ। ਅੱਜ ਸੱਜਣ ਠੱਗ ਇੱਕ ਨਹੀਂ, ਹਾਲਾਂਕਿ ਉਹੀ ਸੱਜਣ ਠੱਗ ਉਸ ਸੱਜਣ ਠੱਗ ਨੂੰ ਨਿੰਦਦੇ ਨੇ, ਲੇਕਿਨ ਅੱਜ ਕੋਈ ਅੰਤ ਨਹੀਂ ਹੈ ਜਿਹੜੇ ਸੱਜਣ ਬਣ ਕੇ ਠੱਗਦੇ ਨੇ। ਸਾਨੂੰ ਲੱਗਦੇ ਨੇ ਕਿ ਸਾਡੇ ਮਿੱਤਰ ਨੇ, ਸਾਡਾ ਭਲਾ ਕਰਦੇ ਨੇ, ਸਾਡਾ ਭਲਾ ਲੋਚਦੇ ਨੇ, ਲੇਕਿਨ ਹੈ ਠੱਗ। ਲੇਕਿਨ ਮੇਰਾ ਸਮਝਾਉਂਦੇ ਨੇ, ਪਰ ਜਿਹੜਾ ਗੁਰ ਦਾ ਗਿਆਨ ਲੈ ਲੈਂਦਾ, ਉਸਨੇ ਕਿਹਨੂੰ ਨਹੀਂ ਤਾਰਿਆ, ਕੋਈ ਵੀ ਤਰ ਸਕਦਾ ਹੈ। ਹਰ ਜਸ ਸੰਤ ਭਗਤ ਨਿਸਤਾਰਿਆ। ਜਿਹੜੇ ਸੰਤ ਭਗਤ ਨੇ ਉਹ ਹਰੀ ਦਾ ਜਸ ਕਰਦੇ ਨੇ, ਹਰੀ ਦਾ ਗਿਆਨ ਦਿੰਦੇ ਨੇ, ਤੇ ਉਹਨਾਂ ਦੁਆਰਾ ਜੀਵ ਤਰ ਜਾਂਦਾ ਹੈ। ਕੋਈ ਵੀ ਤਰ ਸਕਦਾ ਹੈ, ਕਿਉਂਕਿ ਜਿਹੜੀ ਇਹ ਜੁਗਤੀ ਹੈ ਇਹ ਕਿਸੇ ਇੱਕ ਵਾਸਤੇ ਨਹੀਂ ਹੈ। ਇਹ ਸਾਰਾ ਸੰਸਾਰ ਲੈ ਸਕਦਾ ਹੈ, ਸਾਰਾ ਸੰਸਾਰ ਮੁਕਤ ਹੋ ਸਕਦਾ ਹੈ, ਪਰ ਉਹ ਸਾਡੀ ਕਰਨੀ ਤੇ ਹੈ, ਸਾਨੂੰ ਕਰਨਾ ਪਏਗਾ। ਮਹਾਰਾਜ ਸਮਝਾਉਂਦੇ ਨੇ, ਸਰਵੰਗ ਜੁਗਤਾ ਸਰਵੰਗ ਮੁਕਤਾ। ਵੀ ਸਭ ਨੂੰ ਜੁਗਤੀ ਮਿਲ ਸਕਦੀ ਹੈ ਤੇ ਸਾਰੇ ਮੁਕਤ ਹੋ ਸਕਦੇ ਹਾਂ। ਕਿਉਂਕਿ ਜੋ ਇਨਸਾਨ ਹੈ, ਮਨੁੱਖਾ ਜਨਮ ਹੈ, ਇਹ ਬਹੁਤ ਥੋੜੀ ਗਿਣਤੀ ਹੈ। 84 ਲੱਖ ਜੂਨਾਂ ਦੇ ਵਿੱਚ ਇਸ ਦੀ ਗਿਣਤੀ ਨਾ ਮਾਤਰ ਹੈ। ਇਸ ਤੋਂ ਬਿਨਾਂ ਹੋਰ ਜਿਹੜੀਆਂ ਜੂਨਾਂ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਕਰਕੇ ਜੇ ਮਨੁੱਖ ਤਰ ਵੀ ਜਾਂਦਾ ਹੈ, ਫਿਰ ਵੀ ਇੱਥੇ ਕੁਛ ਘਟਣ ਵਧਣ ਵਾਲਾ ਨਹੀਂ ਹੈ, ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਬਹੁਤ ਥੋੜਾ ਹੈ ਮਨੁੱਖ। ਪਰ ਸਾਰੇ ਮੁਕਤ ਹੋ ਸਕਦੇ ਨੇ ਜੇ ਅਸੀਂ ਗਿਆਨ ਲੈਂਦੇ ਹਾਂ। ਸਾਰਿਆਂ ਨੂੰ ਗਿਆਨ ਹੋ ਸਕਦਾ ਹੈ। ਸਰਵਗਹੰਤਾ ਸਰਵੰ ਖਿਆਤਾ, ਸਰਵਗਹੰਤਾ ਸਰਵੰ ਗੰਤਾ, ਸਰਵੰ ਖਿਆਤਾ ਸਰਵੰ ਗਿਆਤਾ, ਸਰਵੰ ਹਰਤਾ ਸਰਵੰ ਕਰਤਾ, ਸਰਵੰ ਪ੍ਰਾਣੰ ਸਰਵੰ ਤ੍ਰਾਣੰ, ਸਰਵੰ ਜੁਗਤਾ ਸਰਵੰ ਮੁਕਤਾ। ਪ੍ਰਭ ਪਾਏ ਹਮ ਅਵਰ ਨਾ ਪਾਰਿਆ। ਪ੍ਰਭੂ ਨੂੰ ਪਾ ਲੈਂਦਾ ਹੈ। ਜਿਵੇਂ ਜਿਹੜੇ ਜੀਵਾਂ ਨੇ ਪ੍ਰਭੂ ਨੂੰ ਪਾਇਆ, ਉਹ ਫਿਰ ਹੋਰ ਕਿਸੇ ਨੂੰ ਨਹੀਂ ਪਾਲਦੇ, ਕਿਉਂਕਿ ਪ੍ਰਭੂ ਤੋਂ ਉੱਪਰ ਕੁਛ ਵੀ ਨਹੀਂ ਹੈ, ਪਰਮੇਸ਼ਰ ਤੋਂ ਉੱਤੇ ਕੁਛ ਨਹੀਂ। ਜਿਹਨਾਂ ਪਰਮੇਸ਼ਰ ਨੂੰ ਹੀ ਪਾਲਿਆ, ਉਹ ਕੋਈ ਹੋਰ ਪਾਲ ਦੇ ਵਿੱਚ ਨਹੀਂ ਰਹਿੰਦੇ। ਆਪਾਂ ਦੇਖਦੇ ਹਾਂ ਬਹੁਤ ਸਾਰੇ ਜੀਵ ਐਸੇ ਮਿਲਣਗੇ ਕਿ ਸਾਨੂੰ ਦੱਸਣਗੇ ਤਾਂ ਸਹੀ ਕਿ ਅਸੀਂ ਪਰਮੇਸ਼ਰ ਨੂੰ ਪਾ ਲਿਆ ਹੈ, ਮਿਲ ਗਏ ਹਾਂ, ਲੇਕਿਨ ਫਿਰ ਵੀ ਕਦੇ ਕਿਸੇ ਕੋਲ ਭਟਕਦੇ ਫਿਰਦੇ ਨੇ, ਕਦੇ ਕਿਸੇ ਦੇ ਕੋਲ। ਕਿਉਂਕਿ ਜਿਹਨਾਂ ਪ੍ਰਭੂ ਨੂੰ ਹੀ ਪਾ ਲਿਆ, ਉਹ ਫਿਰ ਜਾ ਕੇ ਦੂਜੇ ਥਾਂ ਨਹੀਂ ਪਾਲਦੇ। ਉਹਨਾਂ ਨੂੰ ਕਿਸੇ ਤੋਂ ਜਾ ਕੇ ਮੰਗਣਾ ਨਹੀਂ ਪੈਂਦਾ। ਜਿਨ੍ਹਾਂ ਨੇ ਗੁਰ ਦੇ ਸਿੱਖ ਨੂੰ ਪਹਿਲਾਂ ਸੁਣਿਆ ਤੇ ਫਿਰ ਮੰਨ ਲਿਆ, ਉਹਨਾਂ ਨੂੰ ਫਿਰ ਦੁਬਾਰਾ ਨਹੀਂ ਜਾਣਾ ਪੈਂਦਾ। ਮੰਨਣਾ
ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਪਵੈ ਨਾ ਭਿਖ। ऐसा नाम निरंजन होए जे को मन जाने मन कोई। जिन्हें एक बारी गुर दी सिख लैके मन ली, उसनों दोबारा मंगण दी लोड़ नहीं है। इस करके समझाते ने कि जिन्हों ने प्रभु नूं पा लिया वो कुछ होर नहीं फिर पालदे। साच सहल साच महल गुर अलख लखाया। सच महल ਇਹ ਅਲੱਖ ਹੈ, ਲਖਣ ਦੇ ਵਿੱਚ ਨਹੀਂ ਹੈ, ਲੇਕਿਨ ਗੁਰ ਦਾ ਗਿਆਨ ਦੁਆਰਾ ਸਾਨੂੰ ਆਪਾ ਲਿਖਾ ਦਿੰਦਾ, ਆਪਣਾ ਗਿਆਨ ਕਰਵਾ ਦਿੰਦਾ ਹੈ। ਜਿਹੜੇ ਗੁਰਮੁਖ ਨੇ ਉਹਨਾਂ ਦੁਆਰਾ ਆਪ ਸਾਨੂੰ ਇਸ ਅਲੱਖ ਨੂੰ ਲਿਖਾ ਦਿੰਦਾ ਹੈ। ਨਿਸ਼ਚਲ ਸਹਿਲ, ਨਿਸ਼ਚਲ ਮਹਿਲ ਨਹੀਂ ਛਾਇਆ ਮਾਇਆ। मतलब कहते उत्थे कोई माया नहीं है, वो महल निश्चल है, ना उत्थे माया ते ना माया दी छाया है। क्योंकि जिहड़ी परमेश्वर दी छाया है वही की है माया। जिवें आपां हुंदे अपनी एक परछाई है, इवें ही जिहड़ी ये संसार है परमेश्वर दी एक परछाई है। बेशक अपनी परछाई होंदी, लेकिन परछाई सच्ची नहीं होंदी, झूठी होंदी है। ते परछाई कदे भी इको जी नहीं होंदी, बददी घटती है। जिवें आपां देखिए कि सवेरे पूर्व वालों सूरज चढ़ता है ते साडी परछाई पश्चिम वाले पासे बहुत वड्डी हो जाती है। जदों सूरज चढ़ता है, ज्यों-ज्यों सूरज उत्ते आउंदा है, सिर वल आउंदा है, त्यों-त्यों साडी परछाई छोटी होंदी जाती है। जदों सूरज बिल्कुल सिर ते आ जाता है तो साडी परछाई भी साडे च समाउंदी है। फिर सूरज पश्चिम वाले पासे जाता, साडी परछाई पूर्व वाले पासे नूं बदनी शुरू हो जाती है। इदां ही ये संसार है जिहड़ा परमेश्वर दी एक परछाई है, लेकिन ये संसार तक है। जिथे फिर अपना सच्चा घर है उथे प्रकाश ही प्रकाश है, उथे माया छाया कुछ भी नहीं है। निश्चल महल नहीं छाया माया, वो निश्चल जिहड़ा महल है उथे नहीं है। चौथे पद विच नहीं, त्रै गुणा दे विच संसार है। साच संतोखे परम चुकाया। जिहड़े फिर मालिक दा ज्ञान लै लैंदे ने, मन संतोखिया जाता है। आप प्रभु जिन्हां नूं संतोख देंदा है उन्हां दा परम खत्म हो जाता है। वो फिर किस नूं देखदे ने? निरंकार नूं। अपने अंदर देख लेंदे, सारियां च देख लेंदे। कोई भी जीव जे ज्ञान लएगा ते उसनूं ज्ञान देंदे ने, क्योंकि आप उसनूं मिल रहे। इन बड़ा समझाउंदे ने, जो मिलिया हर दीवान स्यो सो सबनी दीवानी मिलिया। जिथे जाए तिथे ओ सुरखरू, तिस दे मुँह डिठे उस दे मुँह डिठे सब पापी तरिया। उन्हां अंदर नाम निदान है, नामो पर भरिया। उन्हां दे अंदर नाम दा खजाना है। इस करके जिथे भी कोई जांदे, जो पुछेगा उन्हों वो ज्ञान देंदे ने गुर दा। मुँह डिठे दा की है कि शक्ल देख के नहीं कोई तर सकता, ज्ञान लेके। क्योंकि शक्ल देखने नाल कुछ नहीं हुंदा। चाहे आपां स्कूल बच्चा जांदा, जे टीचर दी शक्ल देख के आ जाए कुछ हासिल नहीं होना, क्योंकि टीचर कोल ज्ञान है। जे असी ज्ञान लवांगे, टीचर दे दर्शन की होने जदों असी ज्ञान लवांगे। ना कि मुख देखिया कला टीचर दे दर्शन नहीं हैं। एक शरीर दे दर्शन तो हो सकते ने, पर टीचर दे दर्शन कदों ने? जे असी उस तो ज्ञान लवांगे। ऐदां ही जिन्हां दे अंदर खजाना है नाम दा, जे असी उन्हां तो नाम दा भेत लवांगे, गुर दा ज्ञान लवांगे, फिर असी भी तर सकते हाँ।
क्योंकि आम की है कि आप देखते हैं लोग जाते हैं कि साधु संतों के दर्शन करके आ जाइए। साधु संत कोई शरीर नहीं हुंदा, वो ज्ञान है। जब तक असी ज्ञान नहीं लेंदे साधु संतां दे दर्शन नहीं करते। जब तक असी पुछदे नहीं जाके संतां नूं कि दसो साडा ठाकुर किहो जिहा है, असी आपा तैनूं सौंपदे हां, मैनूं दसो संदेश दो उस प्रभु नूं किवें मिलना है। पूछो संतो, पूछो संत मेरा ठाकुर कैसा, हियो आरांभो देहो संदेशा। इस करके समझाउंदे ने भी फिर वो जीव जिहड़े संतोखे जाते उन्हां दा भरम खत्म हो जाता, मालक उन्हां दा भरम खत्म कर देंदा। फिर सारे पासे उसनूं की दिखदा है, ब्रह्म। ब्रह्मो पसारा ब्रह्म पसरिया, सब ब्रह्म दृष्टि आया। जिनके मन बसिया सच सोई, जिन्हां दे मन दे विच वो बस जाता है, सच बस जाता है, परमेश्वर बस जाता है। तिन की संगत गुरमुख होई। उन्हां दी संगत विच जावांगे, उन्हां दी संगत विच जाके ही सानू वो गुर मिलदा है उन्हां दे मुख तो, जिहदे द्वारा आप प्रभु नूं मिल सकते हैं। उन्हां दे रसना तो आप परमेश्वर बोल के सानू गुर देंदा। वो गुर देंदा भी कित्थे है, इत्थे मुख ते ही। जो असी सुन उन्हें बोलना मुख द्वारा है, असी सुनना कन्नां द्वारा है, ते देखना नेत्रां द्वारा है। फिर उस गुर दे नाल रत्ते जाना है, फिर सानू दरगाह दे विच थां मिलती है। पर यह ज्ञान देण वाले कौन हुंदे ने, बिरले बिरले हुंदे ने, जिन्हां नूं मालक ये मत देंदा है, उत्तम देंदा है, करदा है। जिसनूं आपां पढ़दे हां अंतर गुर आराधना, जे बजप गुर नाओ, नेत्री सतगुर पेखना, सरवणी सुनना गुर नाओ। सतगुर सेती रत्ते अंदर गए पाईए ठाओ। कहो नानक कृपा करे जिसनूं ए वत दे, जग में उत्तम काढ़ी है बिरले की के। जिन्हां नूं ए वत देंदा, जिन्हां नूं मालक उत्तम करदा बिरले बिरले, वो सानू मुखों गुर देंदे ने। असी कन्नां नाल सुनना, नेत्रां नाल देखना, ते उस गुर नूं फिर जद रत्ते जाना असी भी दरगाह दे विच थां मिल जाती है। उत्थे वासा हो जाएगा साडा भी, असी भी उत्थे बस जावांगे। उन्हां दी संगत दे विच ही ये ज्ञान मिलदा है। नानक साच नाम मालक होई। फिर वो सच्चा नाम साडे मन दी मैल नूं खत्म कर देंदा है, मैल मन नूं निर्मल कर देंदा है। वो ज्ञान सानू मन दा इशनान करवा देंदा है। सो आओ हुण आपां नाल नाल वो गुर कमाईए, वो जुगत कमाईए, वो ध्यान धरिए, जिहदे द्वारा साडा मन निर्मल होना है, जिहदे द्वारा साडा निज घर दे विच वासा होना है, जिथे असी मुक्त होना है, जिथे निज घर विच बस के असी सहज घर नूं प्राप्त कर सकते हाँ। किवें जाना है उस घर दे विच, किसने जाना है, मन ने। एक दृष्ट हो के ध्यान साडा उस घर विच, असी ध्यान द्वारा उस विच वसना है। जदों ध्यान प्रपक्ष हो गया, प्रगट हो गया, फिर मन भी उत्थे बसता है, फिर शरीर भी, फिर आपां उस दे विच ही बसते हाँ। फिर आपां नूं सारा संसार ही उहदे विच ही बसता दिखता है, फिर दूजा नहीं दिसदा। जिन्ना उस प्रभु नूं पाया, पर कदों पाया, जद उस दे हुक्म दे विच चले, जदों उस नूं अपना साईं समझिया। तू करता सचियार मैडा साईं, जो तू पावै सोई थी सी, जो तू दे सोई हम पाई। जो तैनू पाउंदा उही होना, क्योंकि जो तू सानू देगा वही असी प्राप्त किया। तू साडा सच्चा मालिक है, तू करता है, तू सचियार है, तू साडा साईं है। जो तू सानू देगा वही असी लैंदे, वही होएगा जो तैनू पाउंदा है।
जो तुद पावे सोई थीसी, जो तू दे सोई हो पाई। हों सबनी तुद सबनी ते आया, भी तैनू सारे ते आउंदे ने। जिसनू कृपा करे ते नाम रतन पाया। हों तेरा तू सबनी ते आया, जिसनू कृपा करे ते नाम रतन पाया। गुरमुख लादा मनमुख गवाया। गुरमुखां नू ਉਹ ਲੱਭਦਾ ਹੈ, ਪ੍ਰਗਟ ਕਰ ਦਿੰਦਾ ਹੈ, ਤੇ ਮਨਮੁਖਾਂ ਨੂੰ ਗਾਉਂਦਾ ਹੈ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਵਿਛੋੜਦਾ ਵੀ ਆਪ ਹੈ ਮਨਮੁਖਾਂ ਨੂੰ, ਤੇ ਗੁਰਮੁਖਾਂ ਨੂੰ ਮਿਲਾਉਂਦਾ ਵੀ ਆਪ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਜਿਨ੍ਹਾਂ ਨੂੰ ਮਿਲਾ ਲੈਂਦਾ ਹੈ ਉਹ ਫਿਰ ਦੇਖਦੇ ਨੇ ਕਿ ਤੂੰ ਤਾਂ ਦਰਿਆ ਦੀ ਤਰ੍ਹਾਂ ਸਾਰਾ ਕੁਝ ਤੇਰੇ ਵਿੱਚ ਹੀ ਵਸਦਾ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਵੀ ਦੂਜਾ ਹੈ ਹੀ ਕੋਈ ਨਹੀਂ, ਤੁਧ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਇਹ ਤਾਂ ਤੇਰਾ ਖੇਲ ਹੈ। ਵਿਜੋਗ में ਵਿਛੜਿਆ ਸਜੋਗੀ ਮਿਲ। ਜਿਸਨੂੰ ਤੂੰ ਜਨਾਏ ਸੋਈ ਜਨ ਜਾਣੈ, ਹਰ ਗੁਣ ਸਾਧੀ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਬਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਇੱਦਾਂ ਫਿਰ ਆਪ ਜਦੋਂ ਅਸੀਂ ਉਸਨੂੰ ਆਪਣਾ ਬਣਾ ਲੈਂਦੇ ਹਾਂ, ਉਸਨੂੰ ਮਾਲਕ ਸਮਝਦੇ ਹਾਂ, ਸੋ ਫਿਰ ਆਪਾਂ ਉਸ ਦੇ ਹੁਕਮ ਚੱਲਦੇ ਹਾਂ, ਫਿਰ ਅਸੀਂ ਉਸਨੂੰ ਪ੍ਰਾਪਤ ਕਰਦੇ ਹਾਂ। ਸੋ ਆਓ ਹੁਣ ਆਪਾਂ ਕਿਵੇਂ ਕਰਨਾ ਹੈ। ਜੋ ਸਾਡੇ ਦੋ ਨੇਤਰ ਨੇ ਇਹਨਾਂ ਦੇ ਵਿੱਚ ਜੋਤ ਹੈ। ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਪੈਰਾਂ ਸਮ ਕਰਨਾ ਹੈ, ਕਿਉਂਕਿ ਸਾਡੇ ਜਿਹੜੀ ਦ੍ਰਿਸ਼ਟੀ ਇੱਦਾਂ ਦੋ ਜੋਤਾਂ 'ਚ ਚੱਲਦੀ ਹੈ। ਅਸੀਂ ਇੱਦਾਂ ਦੇਖਦੇ ਹਾਂ, ਅਸੀਂ ਬਾਹਰ ਚੱਲਦੇ ਹਾਂ। ਅਸੀਂ ਜਦੋਂ ਅੰਤਰਗਤ ਜਾਣਾ ਹੈ, ਉੱਥੇ ਦਰ ਬਹੁਤ ਪੀੜਾ ਹੈ। ਉੱਥੇ ਆਪਾਂ ਇੱਦਾਂ ਨਹੀਂ ਲੰਘ ਸਕਦੇ। ਉੱਥੇ ਅਸੀਂ ਇੱਕ ਦਰ ਤੇ ਜਾਣਾ ਹੈ। ਦੋਨਾਂ ਨੇਤਰਾਂ ਨੂੰ ਇੱਕ ਪੁਆਇੰਟ ਤੇ ਦ੍ਰਿਸ਼ਟੀ ਨੂੰ ਇਸ ਪੁਆਇੰਟ ਤੇ ਫੋਕਸ ਕਰਨਾ ਹੈ। ਇੱਥੋਂ ਇਹ ਦਰ ਹੈ ਮਾਲਕ ਦਾ। ਇੱਥੋਂ ਫਿਰ ਆਪਾਂ ਅੰਤਰ ਪ੍ਰਵੇਸ਼ ਕਰਦੇ ਹਾਂ ਸਹਿਜ ਦੇ ਵਿੱਚ, ਸਹਿਜ ਗੁਫਾ 'ਚ, ਜਿੱਥੋਂ ਪਰਮੇਸ਼ਰ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਬਜਾਇਆ। ਇੱਥੇ ਆਪਾਂ ਪਹਿਲਾਂ ਕੀ ਦੇਖਣਾ ਹੈ ਕਿ ਜਦੋਂ ਇੱਥੇ ਧਿਆਨ ਲਾਉਂਦੇ ਆਪਾਂ ਦੇਖਣਾ ਕਿ ਨੱਕ ਦਿਸਦਾ। ਜੇ ਦਿਸਦਾ ਹੈ ਤਾਂ ਅਸੀਂ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਜੇ ਇੱਥੇ ਧਿਆਨ ਲਗਾਉਣ ਦੇ ਨਾਲ ਨੱਕ ਨਹੀਂ ਦਿਸਦਾ, ਫਿਰ ਆਪਾਂ ਇੱਕ ਦ੍ਰਿਸ਼ਟ ਹਾਂ, ਜਿਹਨੂੰ ਮਨ ਨੂੰ ਦੇਵਤਾ ਕਹਿ ਦਿੰਦੇ ਹਾਂ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਹੈ ਕਿ ਕਿਸ ਪਾਸਿਓਂ ਦਿਸਦਾ ਹੈ, ਸੱਜੇ ਖੱਬੇ ਜਾਂ ਵਿਚਾਲੇ। ਕਿ ਸੱਜੇ ਤਮੋ ਗੁਣ, ਖੱਬੇ ਰਜੋ ਗੁਣ ਤੇ ਵਿਚਾਲੇ ਸਤੋ ਗੁਣ। ਆਪਾਂ ਇਹ ਦੇਖਣਾ ਕਿ ਸਾਡੀ ਅਵਸਥਾ ਕਿਹੜੀ ਹੈ। ਅਸੀਂ ਤਮੋ ਗੁਣੀ ਹਾਂ, ਰਜੋ ਗੁਣੀ ਹਾਂ ਜਾਂ ਸਤੋ ਗੁਣੀ ਹਾਂ। ਪਰ ਹੈ ਤ੍ਰੈ ਗੁਣ ਹੀ ਮਾਇਆ ਦੇ। ਇੱਥੇ ਤੱਕ ਪਰਮੇਸ਼ਰ ਨਹੀਂ ਹੈ, ਕਿਉਂਕਿ ਤ੍ਰੈ ਗੁਣਾ ਤੋਂ ਬਿਨ ਹੈ। ਤੇ ਇਹਨਾਂ ਪਰਖ ਕੇ ਆਪਾਂ ਦੇਖਣਾ ਹੈ। ਫਿਰ ਮੈਂ ਇੱਥੋਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ ਤੇ ਦੇਖਾਂਗੇ, ਆਪਣੇ ਆਪ ਨੂੰ ਪਰਖਾਂਗੇ ਧਿਆਨ ਨੂੰ ਕਿ ਧਿਆਨ ਕਿੱਧਰ ਹੈ। ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕਦੇ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗਾ ਸਮ, ਫਿਰ ਇਸ ਪੁਆਇੰਟ ਤੇ ਫੋਕਸ ਕਰਕੇ ਦੇਖਣਾ ਹੈ। ਜੇ ਕੋਈ ਨਵਾਂ ਜੀਵ ਜਿਸ ਨੂੰ ਇਹ ਨੱਕ ਦਿਸਦਾ ਹੈ,
उसने जदों आपां ये ध्यान लावांगे उस तो बाद फिर आके इत्थे दृष्टि फोकस करके फिर देखना है। जे दिसनों हट गया तो एक दृष्ट हो गया। एक दृष्ट करना किसने है? आपां इसे करके मालक दे कोल जाना जिहड़ा साडे सारिਆਂ दे सामने ही रहिंदा है, पर अंदर है तो असीं बाहर चलते हाँ। ये आपां परखना है, फिर आपां अगे ध्यान लावांगे जिमें जिमें समा होया। आओ नेत्र सम करिए, दृष्टि नूं फोकस करिए, अपने आप नूं थोड़ा परखिए। सामने लेके आइए ध्यान। मस्तक दे सामने ले जाओ, पलका उत्ते चुक दो। फिर सामने लेके आओ जी। फिर नक ते सम करो, अपने आप नूं देखो। देखो भी आपां एक दृष्ट ही हाँ सारे। जे कोई नवां जो जे नक दिसदा सी उसने हुण देखना है। जे दिसनों हट गया तो एक दृष्ट हो गया। हल्का हल्का जे इस पास्यों आपां नज़र आ सकदा, खब्बे पास्यों एक परछाई दी तरह एक परछावां जिहा नज़र आ सकदा, वो भी खब्बे पासे, सज्जे नहीं। नीचे ले जो ध्यान, बिल्कुल रिलैक्स। नीचे जो भी विषय आप बैठे थले जो फर्श है, जब फर्श दे कुछ विषय है, जहाँ आप बेड ते बैठे चादर विषय है, उस तो आप थोड़ा जा ऊपर देखने की कोशिश करनी है। 4-5 उंगल उत्ते देखने की कोशिश करनी है। उत्ते सानू प्रकाश की हलचल अनुभव होनी शुरू होएगी। जिमें सरोवर च पानी दी लहरां हुंदियां, इदां ही प्रकाश दी लहरां एक हलचल आपां नूं अनुभव होएगी। उस नूं आपां देखते रहना है, उस नूं ध्याना है। फिर सम करके अपने आप नूं देखिए।
फिर नीचे ले जो ध्यान। फिर सम करके देखिए अपने आप ਨੂੰ। फिर नीचे ले जो ध्यान।
और फिर सम करके देखे अपने आप को। वाहिगुरु जी का खालसा वाहिगुरु जी की फतेह। सो गुरमुख प्यारिओ, इस तरीके नाल आपां ध्याना है, क्योंकि वो ध्यान दे विच है। विधि आपां सिखते हाँ कि किवें नेत्र संतोखने ने, किवें सम करना है, किवें उसनूं प्यार करना है, ते उसनूं ही आपां सचियार समझना है। वही साडा मालिक है सारियां दा। आपां सारे उसदे हाँ, सारे उसनूं ध्याउंदे ने, पर जिन्हां ते दया करदा उन्हां नूं नाम रतन बख्शिश करदा है। सब तेरी तू सबनी त्याया, जिसनूं कृपा करे ते नाम रतन पाया। आओ इन्नी क विचार करदे हाँ। बहुत सारियां भुलां हो जांदियां हन। आप संगत सतगुरु जी बख्शण योग हो, बख्श लैणा जी। वाहिगुरु जी का खालसा वाहिगुरु जी की फतेह।